ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੁਲਾਜ਼ਮ ਮੰਗਾਂ ਦੇ ਵਿੱਚ ਮੁੱਖ ਮੰਗ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤੇ ਉਸ ਮੰਗ ਨੂੰ ਲੈ ਕੇ ਵੱਖੋ ਵੱਖਰੀਆਂ ਪਾਰਟੀਆਂ ਸਮੇਂ-ਸਮੇਂ ਤੇ ਵਾਅਦੇ ਵੀ ਕਰਦੀਆਂ ਰਹੀਆਂ ਨੇ ਤੇ ਵੋਟਾਂ ਵੀ ਲੈਂਦੀਆਂ ਰਹੀਆਂ ਨੇ। ਪਰ ਹਲੇ ਵੀ ਪੰਜਾਬ ਦੇ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਬਹੁਤ ਸਾਰੇ EMPLOYEES ਕੱਚੇ ਤੌਰ ਤੇ ਕੰਮ ਕਰ ਰਹੇ ਨੇ। ਮੌਜੂਦਾ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ, ਉਹਨਾਂ ਨੇ ਵੀ ਇਲੈਕਸ਼ਨ ਦੇ ਟਾਈਮ ਤੇ ਇਹ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ। ਤਾਂ ਹੁਣ ਇੱਕ ਲੈਟਰ ਸਾਹਮਣੇ ਆਇਆ ਹੈ, ਇਹ ਪਾਲਿਸੀ ਗਵਰਨਮੈਂਟ ਨੇ ਤਿਆਰ ਕੀਤੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ। ਇਸ ਪਾਲਿਸੀ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਕਿ ਕਿਵੇਂ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋਣਗੇ ਤੇ ਕਿਹੜੀਆਂ ਕੰਡੀਸ਼ਨਸ ਤੇ ਹੋਣਗੇ ਤੇ ਕਿਹੜੇ-ਕਿਹੜੇ ਮੁਲਾਜ਼ਮ ਨੇ ਜਿਹੜੇ ਉਹ ਪੱਕੇ ਹੋ ਸਕਣਗੇ ਇਸ ਪਾਲਿਸੀ ਦੇ ਅਕੋਰਡਿੰਗਲੀ। ਬਹੁਤ ਸੌਖੇ ਸ਼ਬਦਾਂ ਦੇ ਵਿੱਚ ਯਤਨ ਕਰਾਂਗੇ ਇਸ ਪਾਲਿਸੀ ਨੂੰ ਸਮਝਣ ਦਾ। ਪਾਲਿਸੀ ਦੋਸਤੋ ਬੇਸਿਕਲੀ ਡਿਪਾਰਟਮੈਂਟ ਆਫ ਪਰਸਨਲ ਗਵਰਨਮੈਂਟ ਆਫ ਪੰਜਾਬ ਨੇ ਇਹ ਜਾਰੀ ਕੀਤੀ ਹੈ ਤੇ ਇਸ ਪਾਲਿਸੀ ਦੇ ਵਿੱਚ ਤੁਹਾਨੂੰ ਦੱਸ ਦਈਏ ਜਿਹੜਾ ਸਬਜੈਕਟ ਹੈ ਉਹ ਕਹਿੰਦਾ ਹੈ ਕਿ ਪਾਲਿਸੀ ਫॉर ਵੈਲਫੇਅਰ ਆਫ ਐਡ ਹੌਕ ਕੰਟਰੈਕਚੁਅਲ ਟੈਂਪਰੇਰੀ ਟੀਚਰਸ ਨੇਸ਼ਨ ਬਿਲਡਰਸ ਐਂਡ ਅਦਰ EMPLOYEES ਇਨ ਸਕੂਲ ਐਜੂਕੇਸ਼ਨ ਡਿਪਾਰਟਮੈਂਟ। ਤਾਂ ਇਹ ਜਿਹੜਾ ਲੈਟਰ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹ ਪਾਲਿਸੀ ਫਿਲਹਾਲ ਜਿਹੜੀ ਲਾਗੂ ਹੋ ਰਹੀ ਹੈ ਉਹ ਸਕੂਲ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ EMPLOYEES ਦੇ ਉੱਪਰ ਲਾਗੂ ਹੋ ਰਹੀ ਹੈ, ਚਾਹੇ ਉਹ ਟੀਚਰਸ ਹੋਣ ਚਾਹੇ ਉਹ ਹੋਰ EMPLOYEES ਹੋਣ ਜਿਹੜੇ ਐਡਹੌਕ ਤੇ ਕੰਟਰੈਕਚੁਅਲ ਜਾਂ ਟੈਂਪਰੇਰੀ ਤੌਰ ਤੇ ਕੰਮ ਕਰਦੇ ਹੋਣ। ਇਸ ਪਾਲਿਸੀ ਦੇ ਵਿੱਚ ਦੋਸਤੋ ਸਾਫ਼ ਤੌਰ ਤੇ ਲਿਖਿਆ ਗਿਆ ਗਵਰਨਮੈਂਟ ਵੱਲੋਂ ਕਿ ਗਰੁੱਪ C ਤੇ ਗਰੁੱਪ D ਦੇ ਲੈਵਲ ਤੇ ਜਿਹੜੀਆਂ ਪੋਸਟਾਂ ਤੇ ਕੰਟਰੈਕਚੁਅਲ ਜਾਂ ਟੈਂਪਰੇਰੀ ਜਿਹੜੇ ਬੇਸਿਸ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਸਰਵਿਸ ਨੂੰ ਜਿਹੜੇ 10 ਸਾਲ ਜਾਂ ਇਸ ਤੋਂ ਜ਼ਿਆਦਾ ਹੋ ਚੁੱਕੇ ਨੇ, ਉਹੇ ਜਿਹੇ EMPLOYEES ਨੇ ਜਿਹੜੇ ਉਹਨਾਂ ਦੇ, ਕਿਉਂਕਿ ਫਿਊਚਰ ਦੀ ਥੋੜੀ ਅਨਸਰਟੇਨਿਟੀ ਰਹਿੰਦੀ ਹੈ ਕਿ ਹੁਣ ਕਈ ਓਵਰ ਏਜ ਹੋ ਚੁੱਕੇ ਨੇ ਜਾਂ ਅੱਗੇ ਉਹ ਕਿਸੇ ਹੋਰ ਸਰਵਿਸ ਦੇ ਵਿੱਚ ਸ਼ਿਫਟ ਨਹੀਂ ਕਰ ਪਾ ਰਹੇ ਇਸ ਸਟੇਜ ਦੇ ਉੱਪਰ ਆ ਕੇ ਆਪਣੀ ਲਾਈਫ ਦੇ। ਤਾਂ ਹੁਣ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹਨਾਂ ਨੂੰ ਇਹਨਾਂ ਪੋਸਟਾਂ ਦੇ ਉੱਪਰ ਪੱਕਾ ਕੀਤਾ ਜਾਵੇ ਤੇ ਗਵਰਨਮੈਂਟ ਦਾ ਸੋਚਣਾ ਇਹ ਹੈ ਕਿ ਇਹਨਾਂ EMPLOYEES ਨੂੰ ਇਸ ਸਟੇਜ ਦੇ ਉੱਪਰ ਜਾ ਕੇ ਰਿਲੀਵ ਕਰਨਾ ਜਾਂ ਉਹਨਾਂ ਨੂੰ ਕਿਸੇ ਨਵੇਂ EMPLOYEES ਦੇ ਨਾਲ ਰਿਪਲੇਸ ਕਰਨਾ ਇਹ ਇਨਜਸਟਿਸ ਹੋਊਗਾ, ਇਹ ਨਾਇਨਸਾਫੀ ਹੋਊਗੀ ਇਹਨਾਂ ਮੁਲਾਜ਼ਮਾਂ ਦੇ ਨਾਲ। ਤਾਂ ਇਹ ਪਾਲਿਸੀ ਹੈ ਜਿਹੜੀ ਦੋਸਤੋ ਆਰਟੀਕਲ 162 ਕਨਸਟੀਟਿਊਸ਼ਨ ਆਫ ਇੰਡੀਆ ਦੇ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ, ਤਾਂ ਕਿ ਜਿਹੜੇ ਕੱਚੇ ਤੌਰ ਤੇ ਕੰਮ ਕਰ ਰਹੇ EMPLOYEES ਨੇ ਉਹ ਅਨਸਰਟੇਨਿਟੀ ਤੇ ਹਰਾਸਮੈਂਟ ਹੈ ਜਿਹੜੀ ਉਹਨੂੰ ਫੇਸ ਨਾ ਕਰਨ ਤੇ ਬਾਕੀ ਦਾ ਜਿਹੜਾ ਰਹਿੰਦੀ ਸਰਵਿਸ ਹੈ ਆਪਣੀ ਸਿਕਿਉਰਲੀ ਕਰ ਸਕਣ। ਤੇ ਇਹ ਗੱਲ ਉਹਨਾਂ EMPLOYEES ਦੀ ਹੋ ਰਹੀ ਹੈ ਜਿਹੜੇ ਕੰਟਰੈਕਚੁਅਲ ਤੌਰ ਤੇ ਕੰਮ ਕਰ ਰਹੇ ਨੇ ਤੇ ਇਸ ਸਰਵਿਸ ਵਾਸਤੇ ਸੂਟੇਬਲ ਨੇ ਤੇ ਐਲੀਜੀਬਿਲਿਟੀ ਕੰਡੀਸ਼ਨਸ ਨੇ ਜਿਹੜੀਆਂ ਇਸ ਪਾਲਿਸੀ ਦੇ ਅਕੋਰਡਿੰਗਲੀ ਉਹ ਪੂਰੀਆਂ ਕਰਦੇ ਨੇ। ਉਹਨਾਂ ਨੂੰ 58 ਸਾਲ ਦੀ ਉਮਰ ਤੱਕ ਇੱਕ ਸਪੈਸ਼ਲ ਕੇਡਰ ਦੇ ਵਿੱਚ ਪਲੇਸ ਕੀਤਾ ਜਾਊਗਾ। ਤੇ ਇਹ ਜਿਹੜੀ ਪਾਲਿਸੀ ਹੈ ਦੋਸਤੋ ਇਹ ਸਿਰਫ ਗਰੁੱਪ C ਤੇ ਗਰੁੱਪ D ਦੇ EMPLOYEES ਦੇ ਲਈ ਤਿਆਰ ਕੀਤੀ ਗਈ ਹੈ। ਅੱਗੇ ਇਸ ਪਾਲਿਸੀ ਦੀਆਂ ਪ੍ਰੋਵੀਜ਼ਨਸ ਕੀ ਨੇ ਇਹ ਦੇਖ ਲੈਂਦੇ ਆਪਾਂ। ਇੱਥੇ ਡੈਫੀਨੇਸ਼ਨਸ ਦੱਸੀਆਂ ਹੋਈਆਂ ਨੇ ਕੁਝ। ਬੈਨੀਫੀਸ਼ੀਅਰੀ EMPLOYEE ਜਿਹਨੂੰ ਕੀ ਬੈਨੀਫਿਟ ਮਿਲੂਗਾ, ਜਿਹੜਾ EMPLOYEE ਪੱਕਾ ਹੋਣ ਜਾ ਰਿਹਾ ਹੈ ਉਹਦੀ ਡੈਫੀਨੇਸ਼ਨ ਦੱਸੀ ਗਈ ਹੈ। ਤਾਂ ਉਹ EMPLOYEE ਹੈ ਜਿਹੜਾ ਉਹ ਵਰਕ ਕਰ ਰਿਹਾ ਹੈ ਗਰੁੱਪ C ਤੇ ਗਰੁੱਪ D ਦੇ ਲੈਵਲ ਤੇ, ਇਹਨਾਂ ਦੋਵਾਂ ਲੈਵਲਸ ਤੇ ਕੰਮ ਕਰਦਾ ਹੋਵੇ ਕਿਸੇ ਇੱਕ ਤੇ ਜਿਹੜੀਆਂ ਐਲੀਜੀਬਿਲਿਟੀ ਕੰਡੀਸ਼ਨਸ ਨੇ ਉਸ ਪੋਸਟ ਦੀਆਂ ਉਹ ਸਾਰੀਆਂ ਫੁੱਲਫਿਲ ਕਰਦਾ ਹੋਵੇ। ਅੱਗੇ ਦੋਸਤੋ ਦੱਸਿਆ ਗਿਆ ਸਪੈਸ਼ਲ ਕੇਡਰ ਕਿ ਇਹ ਕੇਡਰ ਕਿਹੜਾ ਹੈ। ਤਾਂ ਇਹ ਕੇਡਰ ਜਿਹੜਾ ਹੈਗਾ ਗਵਰਨਮੈਂਟ ਨੇ ਸਪੈਸ਼ਲ ਤਿਆਰ ਕੀਤਾ ਹੈ ਜਿਹੜੇ ਕੱਚੇ EMPLOYEES ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ। ਤਾਂ ਇਹ ਸੈਪਰੇਟ ਡਾਈਂਗ ਕੇਡਰ ਜਿਹੜਾ ਇਹ ਤਿਆਰ ਕੀਤਾ। ਡਾਈਂਗ ਕੇਡਰ ਦਾ ਮਤਲਬ ਦੋਸਤੋ ਇੱਥੇ ਤੁਹਾਨੂੰ ਦੱਸਦੇ ਹਾਂ ਕਿ ਗਵਰਨਮੈਂਟ ਨੇ ਇਹ ਕੇਡਰ ਤਿਆਰ ਕੀਤਾ ਹੈ ਜਿਹੜੇ ਮੌਜੂਦਾ ਕੰਮ ਕਰ ਰਹੇ ਨੇ EMPLOYEES ਕੰਟਰੈਕਚੁਅਲ ਬੇਸਿਸ ਤੇ, ਉਹਨਾਂ ਨੂੰ 58 ਸਾਲ ਦੀ ਉਮਰ ਤੱਕ ਇਸ ਕੇਡਰ ਦੇ ਵਿੱਚ ਪੱਕਾ ਕਰ ਦਿੱਤਾ ਜਾਊਗਾ ਗਵਰਨਮੈਂਟ ਵੱਲੋਂ। ਤੇ ਉਹ ਪੋਸਟ ਹੈ ਜਿਹੜੀ ਇਸ ਸਪੈਸ਼ਲ ਕੇਡਰ ਦੇ ਅੰਡਰ ਉਹ ਕੈਰੀ ਕਰਨਗੇ ਆਪਣੀ ਥਰੂ ਆਊਟ ਸਾਰੀ ਸਰਵਿਸ 58 ਸਾਲ ਦੀ ਉਮਰ ਤੱਕ। ਤੇ ਇਹ ਜਿਹੜੀ ਪੋਸਟ ਹੋਊਗੀ ਇਹ ਸਿਰਫ ਉਸ EMPLOYEE ਤੱਕ ਸੀਮਿਤ ਹੋਊਗੀ, ਪਰਸਨਲ ਟੂ ਹਿਮ। ਕਹਿਣ ਤੋਂ ਭਾਵ ਜਦੋਂ ਉਸ EMPLOYEE ਦੀ 58 ਸਾਲ ਦੀ ਉਮਰ ਪੂਰੀ ਹੋ ਜੂਗੀ ਤੇ ਉਹ EMPLOYEE ਇਸ ਪੋਸਟ ਤੋਂ ਰਿਟਾਇਰ ਹੋ ਜਾਊਗਾ ਤਾਂ ਉਹ ਪੋਸਟ ਵੀ ਐਬੋਲਿਸ਼ ਕਰ ਦਿੱਤੀ ਜਾਊਗੀ, ਖਤਮ ਹੋ ਜੂਗੀ। ਇਸੇ ਕਰਕੇ ਇਹ ਸਪੈਸ਼ਲ ਕੇਡਰ ਹੈ, ਡਾਈਂਗ ਕੇਡਰ ਹੈ। ਅੱਗੇ ਦੋਸਤੋ ਦੱਸਿਆ ਗਿਆ ਹੈ ਕੰਪੀਟੈਂਟ ਅਥਾਰਟੀ। ਇੱਥੇ ਕੰਪੀਟੈਂਟ ਅਥਾਰਟੀ ਦਾ ਮਤਲਬ ਹੈ ਕਿ ਜਿਹੜੀ ਵੀ ਅਥਾਰਟੀ ਜਿਹੜੀ ਕੰਪੀਟੈਂਟ ਹੋਵੇ ਇੱਕ ਪਰਟੀਕੂਲਰ ਪੋਸਟ ਦੇ ਉੱਪਰ ਕਿਸੇ ਪਰਸਨ ਨੂੰ ਅਪਾਇੰਟ ਕਰਨ ਵਾਸਤੇ ਸਰਵਿਸ ਰੂਲ ਦੇ ਅਕੋਰਡਿੰਗਲੀ। ਡਿਪਾਰਟਮੈਂਟ ਮੀਨਸ ਡਿਪਾਰਟਮੈਂਟ ਆਫ ਗਵਰਨਮੈਂਟ ਆਫ ਪੰਜਾਬ ਤੇ ਐਂਟੀਟੀ ਮੀਨਸ ਕੋਈ ਵੀ ਸਟੈਚੂਟਰੀ ਨॉन ਸਟੈਚੂਟਰੀ ਬੋਡੀਜ਼ ਹੋ ਗਈਆਂ ਤੇ ਬੋਰਡਸ ਹੋ ਗਏ, ਕਾਰਪੋਰੇਸ਼ਨਸ ਹੋ ਗਈਆਂ, ਫੋਰਮਸ ਹੋ ਗਏ, ਪਬਲਿਕ ਸੈਕਟਰ ਅੰਡਰਟੇਕਿੰਗ PSUs ਹੋ ਗਏ, ਮਿਊਨਿਸਪੈਲਿਟੀਜ਼ ਹੋ ਗਈਆਂ, ਕਮਿਸ਼ਨਸ ਹੋ ਗਏ, ਅਥਾਰਟੀਜ਼ ਹੋ ਗਈਆਂ, ਸੁਸਾਇਟੀਜ਼, ਆਟੋਨੋਮਸ ਬੋਡੀਜ਼ ਜਾਂ ਕੋਈ ਵੀ ਹੋਰ ਸਟੇਟ ਇੰਸਟਰੂਮੈਂਟੈਲਿਟੀਜ਼ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਨੇ ਜਾਂ ਫੰਡਡ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ। ਤੇ ਗਵਰਨਮੈਂਟ ਮੀਨਸ ਗਵਰਨਮੈਂਟ ਆਫ ਸਟੇਟ ਆਫ ਪੰਜਾਬ। ਤੇ ਗਰੁੱਪ C ਤੇ ਗਰੁੱਪ D ਦੀਆਂ ਪੋਸਟਾਂ
ਮੀਨਸ ਕਿ ਜਿਹੜੀਆਂ ਡਿਪਾਰਟਮੈਂਟ ਆਫ ਪਰਸੋਨਲ ਨੇ ਟਾਈਮ ਟੂ ਟਾਈਮ ਨੋਟੀਫਾਈ ਕੀਤੀਆਂ ਨੇ। ਸਰਵਿਸ ਰੂਲਸ ਦੋਸਤੋ ਇੱਥੇ ਮੀਨਸ ਹੈ ਕਿ ਜਿਹੜੇ ਵੀ ਪੰਜਾਬ ਸਿਵਲ ਸਰਵਿਸ ਰੂਲਸ ਨੇ ਜਾਂ ਹੋਰ ਰੂਲਸ ਜਾਂ ਪਾਲਿਸੀਜ਼ ਨੇ ਜਾਂ ਇੰਸਟਰਕਸ਼ਨਸ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਟਾਈਮ ਟੂ ਟਾਈਮ। ਤੇ ਅੱਗੇ ਦੋਸਤੋ ਇਹ 'ਚ ਦੱਸੀਆਂ ਜਾਂਦੀਆਂ ਮੇਨ ਜਿਹੜਾ ਇਹਦਾ ਪਾਰਟ ਆ ਜਾਂਦਾ ਹੈ ਐਲੀਜੀਬਿਲਿਟੀ ਕੰਡੀਸ਼ਨਸ। ਤਾਂ ਐਲੀਜੀਬਿਲਿਟੀ ਕੰਡੀਸ਼ਨਸ ਨੇ ਜਿਹੜੀਆਂ ਅਸੈਂਸ਼ੀਅਲ ਨੇ, ਜਿਹੜੀਆਂ ਜ਼ਰੂਰੀ ਨੇ ਇਸ ਪਾਲਿਸੀ ਦੇ ਬੈਨੀਫਿਟਸ ਨੂੰ ਲੈਣ ਵਾਸਤੇ। ਕਹਿਣ ਤੋਂ ਭਾਵ ਕੱਚੇ EMPLOYEES ਨੂੰ ਪੱਕਾ ਹੋਣ ਵਾਸਤੇ ਇਹ ਕੰਡੀਸ਼ਨਾਂ ਨੇ ਜਿਹੜੀਆਂ ਉਹ ਪੂਰੀਆਂ ਕਰਨੀਆਂ ਪੈਣਗੀਆਂ, ਜਿਹੜੀਆਂ ਅੱਗੇ ਮੈਂਸ਼ਨ ਕੀਤੀਆਂ ਹੋਈਆਂ ਨੇ। ਇਹਨਾਂ ਕੰਡੀਸ਼ਨਸ ਤੇ ਆਪਾਂ ਗੱਲ ਕਰਦੇ ਹਾਂ। ਤਾਂ ਪਹਿਲੀ ਕੰਡੀਸ਼ਨ ਦੋਸਤੋ ਇੱਥੇ ਹੈਗੀ ਹੈ ਜਿਹੜੀ ਉਹ ਹੈ ਐਪਲੀਕੈਂਟ ਹੈ ਜਿਹੜਾ ਉਹ ਐਡਹੌਕ ਤੇ ਕੰਟਰੈਕਚੁਅਲ ਡੇਲੀ ਵੇਜਸ ਵਰਕ ਚਾਰਜ ਜਾਂ ਟੈਂਪਰੇਰੀ ਬੇਸਿਸ ਤੇ ਕੰਟੀਨਿਊਸਲੀ 10 ਸਾਲ ਜਾਂ ਇਸ ਤੋਂ ਜ਼ਿਆਦਾ ਵਾਸਤੇ ਕੰਮ ਕੀਤਾ ਹੋਵੇ ਉਸ ਪਾਰਟਿਕੂਲਰ ਪੋਸਟ ਦੇ ਉੱਪਰ। ਤੇ ਅਗਲੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਹੈ ਕਿ ਐਪਲੀਕੈਂਟ ਹੈ ਜਿਹੜਾ ਵੀ EMPLOYEE ਹੈ ਕੱਚਾ, ਉਹ ਸਾਰੀਆਂ ਕੁਆਲੀਫਿਕੇਸ਼ਨਸ ਤੇ ਐਕਸਪੀਰੀਅੰਸ ਜਿਹੜੇ ਵੀ ਕੋਈ ਚਾਹੀਦੇ ਨੇ ਉਸ ਪੋਸਟ ਵਾਸਤੇ ਸਰਵਿਸ ਰੂਲ ਦੇ ਅਕੋਰਡਿੰਗਲੀ ਉਹ ਪੂਰੇ ਕਰਦਾ ਹੋਵੇ ਉਸ ਟਾਈਮ ਤੇ ਜਦੋਂ ਉਹ ਪਲੇਸ ਕੀਤਾ ਜਾ ਰਿਹਾ ਹੈ ਸਪੈਸ਼ਲ ਕੇਡਰ। ਇਹ ਲਾਈਨ ਬਹੁਤ ਅਹਿਮ ਹੈ ਦੋਸਤੋ ਕਿ ਸਪੈਸ਼ਲ ਕੇਡਰ ਜਦੋਂ ਬਣਨ ਜਾ ਰਿਹਾ ਹੈ, ਇਹ ਹੁਣ ਬਣਨ ਜਾ ਰਿਹਾ ਹੈ ਤੇ ਹੁਣ ਜਿਹੜੀਆਂ ਐਟ ਪ੍ਰੈਜ਼ੈਂਟ ਕੰਡੀਸ਼ਨਸ ਨੇ, ਸ਼ਰਤਾਂ ਨੇ ਉਸ ਪੋਸਟ ਦੇ ਉੱਪਰ ਅਪਾਇੰਟ ਹੋਣ ਵਾਸਤੇ, ਉਹ ਸਾਰੀਆਂ ਉਹ ਪੂਰਾ ਕਰਦਾ ਹੋ। ਅੱਗੇ ਦੋਸਤੋ ਜਿਹੜੀ ਕੰਡੀਸ਼ਨ ਹੈ ਕਿ ਉਸ EMPLOYEE ਦਾ ਜਿਹੜਾ ਕੰਮ ਹੈ ਉਹ ਸਾਰਾ ਸੈਟਿਸਫੈਕਟਰੀ ਹੋਵੇ, ਤਸੱਲੀ ਬਖਸ਼ ਕੰਮ ਕੀਤਾ ਹੋਵੇ ਉਸ EMPLOYEE ਨੇ 10 ਸਾਲ ਦੀ ਸਰਵਿਸ ਦੇ ਦੌਰਾਨ। EMPLOYER ਜਾਂ ਡਿਪਾਰਟਮੈਂਟ ਵੱਲੋਂ ਇਸ ਗੱਲ ਦੀ ਪੁਸ਼ਟੀ ਹੋਣੀ ਜ਼ਰੂਰੀ ਹੈ। ਅੱਗੇ ਇੱਕ ਨੋਟ ਦਿੱਤਾ ਹੋਇਆ ਹੈ, ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕੈਲਕੂਲੇਸ਼ਨ ਜਿਹੜੀ ਹੈਗੀ ਹੈ 10 ਸਾਲ ਦੀ, ਉਹ ਇਹ ਹੋਊਗੀ ਕਿ ਜਿਹੜਾ ਵੀ ਇਹ ਪੀਰੀਅਡ ਹੈ 10 ਸਾਲ ਦਾ, ਉਹਦੇ ਵਿੱਚ ਹਰੇਕ ਕੈਲੰਡਰ ਈਅਰ ਦੇ ਵਿੱਚ ਮਿਨੀਮਮ 240 ਦਿਨ ਉਸ EMPLOYEE ਨੇ ਕੰਮ ਕੀਤਾ ਹੋਵੇ ਕੈਲੰਡਰ ਈਅਰ ਦੇ ਵਿੱਚ। ਇਹ ਸਾਰੇ 10 ਸਾਲਾਂ ਦੇ ਵਿੱਚ ਮਤਲਬ ਹਰੇਕ ਸਾਲ ਉਹਨੇ 240 ਦਿਨ ਕੰਮ ਕੀਤਾ ਹੋਵੇ 365 ਚੋਂ। ਤੇ ਅੱਗੇ ਦੋਸਤੋ ਦੱਸਿਆ ਗਿਆ ਕਿ ਨੋਸ਼ਨਲ ਬ੍ਰੇਕਸ ਨੇ ਜਿਹੜੇ ਵੀ ਬ੍ਰੇਕਸ ਲਏ ਹੋਏ ਨੇ ਉਹ ਕੰਸੀਡਰ ਨਹੀਂ ਕੀਤੇ ਜਾਣਗੇ ਜਦੋਂ 10 ਸਾਲ ਦੀ ਸਰਵਿਸ ਨੂੰ ਕੈਲਕੂਲੇਟ ਕੀਤਾ ਜਾਊਗਾ। ਤੇ ਅੱਗੇ ਆ ਜਾਂਦੇ ਆ ਪਾਲਿਸੀ ਕੀ ਕਹਿੰਦੀ ਹੈ ਕਿ ਕਿਹੜੇ EMPLOYEES ਦੇ ਉੱਪਰ ਇਹ ਪਾਲਿਸੀ ਲਾਗੂ ਨਹੀਂ ਹੋਊਗੀ। ਜਿਹੜੇ ਕਿ ਆਨਰੇਰੀ ਕਪੈਸਿਟੀ ਦੇ ਵਿੱਚ ਸਰਵਿਸ ਕਰ ਰਹੇ ਨੇ ਜਾਂ ਪਾਰਟ ਟਾਈਮ ਬੇਸ ਤੇ ਸਰਵਿਸ ਕਰ ਰਹੇ ਨੇ, ਉਹਨਾਂ ਦੇ ਉੱਪਰ ਲਾਗੂ ਨਹੀਂ ਹੋਊਗੀ। ਜਾਂ ਜਿਹੜੇ EMPLOYEES ਆਲਰੇਡੀ ਰਿਟਾਇਰਮੈਂਟ ਦੀ ਏਜ ਤੱਕ ਪਹੁੰਚ ਚੁੱਕੇ ਨੇ ਜਾਂ ਰਿਜ਼ਾਈਨ ਕਰ ਚੁੱਕੇ ਨੇ ਆਪਣੀ ਮਰਜ਼ੀ ਦੇ ਨਾਲ, ਜਾਂ ਉਹ ਡਿਪਾਰਟਮੈਂਟ ਦੁਆਰਾ ਰਿਮੂਵ ਕਰ ਦਿੱਤੇ ਗਏ ਨੇ, ਉਹਨਾਂ EMPLOYEES ਦੇ ਉੱਪਰ ਇਹ ਪਾਲਿਸੀ ਲਾਗੂ ਨਹੀਂ ਹੋਊਗੀ। ਜਾਂ ਜਿਹੜੇ EMPLOYEES, ਇਹ ਦੋਸਤੋ ਬਹੁਤ ਵੱਡਾ ਪੁਆਇੰਟ ਹੈ, ਜਿਹੜੇ EMPLOYEES ਆਊਟਸੋਰਸ ਬੇਸਿਸ ਤੇ ਰਿਕਰੂਟ ਕੀਤੇ ਗਏ ਨੇ ਉਹਨਾਂ ਤੇ ਵੀ ਇਹ ਪਾਲਿਸੀ ਲਾਗੂ ਨਹੀਂ ਹੋਣ ਜਾ ਰਹੀ। ਤਾਂ ਆਊਟਸੋਰਸਡ ਜਿਹੜੇ EMPLOYEES ਨੇ ਉਹਨਾਂ ਵਾਸਤੇ ਕਾਫੀ ਦੁੱਖ ਦੀ ਗੱਲ ਹੈ ਕਿ ਇਹ ਪਾਲਿਸੀ ਦੇ ਵਿੱਚ ਉਹ EMPLOYEES ਨੇ ਜਿਹੜੇ ਉਹ ਕਵਰ ਨਹੀਂ ਹੋਣ ਜਾ ਰਹੇ। ਤਾਂ ਇਸ ਦੇ C ਪਾਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਗਈ ਹੈ ਸਰਕਾਰ ਵੱਲੋਂ। ਅੱਗੇ ਦੋਸਤੋ ਹੈ ਜਿਹੜੇ ਇਨਸੈਂਟਿਵ ਬੇਸਡ ਇੰਗੇਜਮੈਂਟ ਹੈ, ਜਿਨ੍ਹਾਂ ਦੀ ਇਨਸੈਂਟਿਵ ਬੇਸ ਤੇ ਕੰਮ ਕਰ ਰਹੇ ਨੇ ਜਿਹੜੇ, ਉਹ ਵੀ ਇਹਦੇ ਵਿੱਚ ਕਵਰ ਨਹੀਂ ਹੋਣਗੇ। ਤੇ ਜਿਹੜੇ EMPLOYEES ਕੁਆਲੀਫਿਕੇਸ਼ਨਸ ਜਾਂ ਐਕਸਪੀਰੀਅੰਸ ਜਿਹੜੇ ਲੋੜੀਂਦੇ ਨੇ ਇਸ ਪੋਸਟ ਵਾਸਤੇ ਸਰਵਿਸ ਰੂਲ ਦੇ ਅਕੋਰਡਿੰਗਲੀ ਪ੍ਰੈਸਕ੍ਰਾਈਬ ਕੀਤੇ ਹੋਏ ਨੇ, ਜਿਹੜੇ ਉਹ ਨਹੀਂ ਪੂਰੇ ਕਰਦੇ ਐਟ ਦਾ ਟਾਈਮ ਆਫ ਪਲੇਸਮੈਂਟ ਇਨ ਦਾ ਸਪੈਸ਼ਲ ਕੇਡਰ। ਇਹ ਦੋਸਤੋ ਅਹਿਮ ਕੰਡੀਸ਼ਨ ਸਰਕਾਰ ਨੇ ਲਾਈ ਹੈ ਇੱਥੇ ਕਿ ਸਪੈਸ਼ਲ ਕੇਡਰ ਦੇ ਵਿੱਚ ਪਲੇਸਮੈਂਟ ਹੋਣ ਦੇ ਸਮੇਂ ਤੇ ਉਹ EMPLOYEES ਨੇ ਜਿਹੜੇ ਉਸ ਪੋਸਟ ਦੇ ਉੱਪਰ ਜਿਹੜੀਆਂ ਕੰਡੀਸ਼ਨਸ ਲਾਗੂ ਨੇ ਰਿਕਰੂਟਮੈਂਟ ਵਾਸਤੇ, ਉਹ ਸਾਰੀਆਂ ਪੂਰੀਆਂ ਕਰਦੇ ਹੋਣੇ ਚਾਹੀਦੇ ਨੇ, ਕੁਆਲੀਫਿਕੇਸ਼ਨ ਦੀਆਂ ਹੋਣ ਜਾਂ ਐਕਸਪੀਰੀਅੰਸ ਦੀਆਂ ਹੋਣ, ਤਾਂ ਉਹ EMPLOYEE ਜਿਹੜੇ ਨੇ ਇਸ ਦੇ ਅਕੋਰਡਿੰਗਲੀ ਪੱਕੇ ਹੋ ਸਕਣਗੇ। ਤੇ ਉਹ EMPLOYEES ਨੇ ਜਿਹੜੇ ਦੋਸਤੋ ਕਿਸੇ ਵੀ ਇੰਟੈਰਿਮ ਆਰਡਰ ਜਾਂ ਡਾਇਰੈਕਸ਼ਨਸ ਕੋਰਟ ਵੱਲੋਂ ਦਿੱਤੀਆਂ ਗਈਆਂ ਨੇ ਜਾਂ ਟ੍ਰਿਬਿਊਨਲ ਵੱਲੋਂ ਦਿੱਤੀਆਂ ਗਈਆਂ ਨੇ, ਉਹਦੇ ਬੇਸ ਦੇ ਉੱਪਰ ਜਿਹੜੇ ਸਰਵਿਸ ਕਰ ਰਹੇ ਨੇ ਉਹ EMPLOYEES ਵੀ ਇਹਦੇ ਵਿੱਚ ਕਵਰ ਨਹੀਂ ਹੋਣਗੇ ਕਿਸੇ ਕੋਰਟ ਆਰਡਰ ਦੇ ਥਰੂ ਜਿਹੜੇ ਜੌਬ ਦੇ ਵਿੱਚ ਕੰਮ ਕਰ ਰਹੇ ਨੇ ਕੰਟਰੈਕਟ ਬੇਸਿਸ ਤੇ। ਤਾਂ ਅੱਗੇ ਦੋਸਤੋ ਆ ਜਾਂਦਾ ਹੈ ਕਿ ਜਿਹੜਾ ਵੀ EMPLOYEE ਹੈ ਜਿਹੜਾ ਉਹ ਕਨਵਿਕਟ ਹੋਇਆ ਹੋਵੇ ਕਿਸੇ ਵੀ ਆਫੈਂਸ ਦੇ ਵਿੱਚ, ਉਹਨੂੰ ਸਜ਼ਾ ਹੋਈ ਹੋਵੇ ਜਾਂ ਉਹਦੇ ਖਿਲਾਫ ਜਿਹੜੇ ਚਾਰजेस ਨੇ ਉਹ ਫਰੇਮ ਕਰ ਦਿੱਤੇ ਗਏ ਹੋਣ ਕਿਸੇ ਵੀ ਕੋਰਟ ਆਫ ਲਾਅ ਦੇ ਵਿੱਚੋਂ, ਉਹ EMPLOYEES ਵੀ ਇਸ ਪਾਲਿਸੀ ਦੇ ਅਕੋਰਡਿੰਗਲੀ ਬੈਨੀਫਿਟ ਨਹੀਂ ਲੈ ਸਕਣਗੇ। ਅੱਗੇ ਦੋਸਤੋ ਪੈਰਾ ਆ ਜਾਂਦਾ ਹੈ ਕਿ ਪਲੇਸਮੈਂਟ ਆਫ ਬੈਨੀਫੀਸ਼ੀਅਰੀ EMPLOYEES ਇਨ ਅ ਸਪੈਸ਼ਲ ਕੇਡਰ ਟਿਲ ਅਟੇਨਿੰਗ ਏਜ ਆਫ 58 ਈਅਰਸ। ਇਸ ਪੈਰੇ ਦੇ ਵਿੱਚ ਕੀ ਦੱਸਿਆ ਸਰਕਾਰ ਨੇ, ਇਹ ਦੇਖਦੇ ਹਾਂ। ਤਾਂ ਇਹਦੇ ਵਿੱਚ ਦੋਸਤੋ ਗਵਰਨਮੈਂਟ ਨੇ ਦੱਸਿਆ ਹੈ ਕਿ ਜਿਹੜੇ ਵੀ ਕੰਟਰੈਕਚੁਅਲ ਐਡਹੌਕ ਜਾਂ ਟੈਂਪਰੇਰੀ ਬੇਸਿਸ ਤੇ EMPLOYEES ਨੇ, ਉਹਨਾਂ ਨੂੰ ਥਰੂ ਆਊਟ ਦੇਅਰ ਸਰਵਿਸ ਸਿਕਿਉਰਿਟੀ ਦੇਣ ਵਾਸਤੇ 58 ਸਾਲ ਦੀ ਉਮਰ ਤੱਕ ਸਪੈਸ਼ਲ ਕੇਡਰ ਦੇ ਵਿੱਚ ਰਿਕਰੂਟ ਕੀਤਾ ਜਾਊਗਾ। ਤੇ ਜਿਹੜੇ ਪੋਸਟ ਦੇ ਉੱਪਰ ਉਹ ਕੰਮ ਕਰ ਰਹੇ ਨੇ ਉਸ ਪੋਸਟ ਦੇ ਕੇਡਰ ਦੇ ਵਿੱਚ ਉਹ ਕੰਸੀਡਰ ਨਹੀਂ ਕੀਤੇ ਜਾਣਗੇ, ਵਿਚ ਸ਼ੈਲ ਨਾਟ ਬੀ ਅ ਕੇਡਰ ਪੋਸਟ।
ਜਿਵੇਂ ਕੋਈ ਮਾਸਟਰ ਕੇਡਰ ਦੇ ਵਿੱਚ ਜੇ ਕੋਈ EMPLOYEE ਕੰਮ ਕਰ ਰਿਹਾ ਹੈ, ਐਜ਼ ਅ ਟੀਚਰ ਕੰਮ ਕਰ ਰਿਹਾ, ਤਾਂ ਮਾਸਟਰ ਕੇਡਰ ਦੀ ਪੋਸਟ ਦੇ ਉੱਪਰ ਉਹ ਪੱਕਾ ਨਹੀਂ ਕੀਤਾ ਜਾਊਗਾ, ਉਹ ਸਪੈਸ਼ਲ ਕੇਡਰ ਦੇ ਅੰਡਰ ਪੱਕਾ ਕੀਤਾ ਜਾਊਗਾ। ਤੇ ਪੋਸਟ ਹੈ ਜਿਹੜੀ ਉਹ ਪਰਸਨਲ ਹੋਊਗੀ ਉਸ EMPLOYEE ਦੀ। ਜਦੋਂ ਉਹ EMPLOYEE ਰਿਟਾਇਰ ਹੋ ਗਿਆ ਜਾਂ ਉਹਦੀ ਰੱਬ ਨਾ ਕਰੇ ਕੋਈ ਡੈਥ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਇਹ ਪੋਸਟ ਹੈ ਜਿਹੜੀ ਖਤਮ ਕਰ ਦਿੱਤੀ ਜਾਊਗੀ ਤੇ ਆਟੋਮੈਟਿਕਲੀ ਇਹ ਪੋਸਟ ਹੈ ਜਿਹੜੀ ਐਬੋਲਿਸ਼ ਹੋ ਜੂਗੀ 58 ਸਾਲ ਦੀ ਉਮਰ ਤੱਕ ਪਹੁੰਚਣ ਤੇ। ਤਾਂ ਇੱਥੇ ਅੱਗੇ ਹੋਰ ਵੀ ਸਾਫ਼ ਕੀਤਾ ਗਿਆ ਕਿ ਇਹ EMPLOYEES ਨੇ ਜਿਹੜੇ ਇਹ ਇਸ ਰੈਗੂਲਰ ਕੇਡਰ ਦੇ ਵਿੱਚ ਪਲੇਸ ਨਹੀਂ ਕੀਤੇ ਜਾਣਗੇ। ਸੈਂਕਸ਼ਨਡ ਪੋਸਟਾਂ ਦੇ ਅਗੇਂਸਟ ਇਹ ਪੋਸਟਿੰਗ ਨਹੀਂ ਹੋਊਗੀ ਉਹਨਾਂ ਦੀ, ਸਪੈਸ਼ਲ ਕੇਡਰ ਦੇ ਅੰਡਰ ਇਹ ਜਿਹੜੀਆਂ ਪੋਸਟਾਂ ਨੇ ਬਣਾਈਆਂ ਜਾਣਗੀਆਂ। ਤਾਂ ਇੱਥੇ ਦੋਸਤੋ ਅੱਗੇ ਦੱਸਿਆ ਗਿਆ ਕ੍ਰੀਏਸ਼ਨ ਆਫ ਪੋਸਟ। ਜੇ ਸਫੀਸ਼ੀਐਂਟ ਨੰਬਰ ਆਫ ਪੋਸਟਸ ਨਹੀਂ ਹੈਗੀਆਂ ਕਿਸੇ ਡਿਪਾਰਟਮੈਂਟ ਦੇ ਵਿੱਚ, ਤਾਂ ਇਹਨਾਂ EMPLOYEES ਨੂੰ ਪੱਕਾ ਕਰਨ ਵਾਸਤੇ ਜਿੰਨੀਆਂ ਪੋਸਟਾਂ ਚਾਹੀਦੀਆਂ ਨੇ ਉਹ ਸਾਰਾ ਮੰਨਿਆ ਜਾਊਗਾ ਕਿ ਇਹ ਪੋਸਟਾਂ ਕ੍ਰੀਏਟ ਤੇ ਸੈਂਕਸ਼ਨ ਹੋ ਚੁੱਕੀਆਂ ਨੇ। ਕਹਿਣ ਤੋਂ ਭਾਵ ਜਿੰਨੇ ਵੀ EMPLOYEES ਕੱਚੇ ਤੌਰ ਤੇ ਕੰਮ ਕਰ ਰਹੇ ਨੇ ਉਹ ਸਾਰੇ ਰੈਗੂਲਰ ਕੀਤੇ ਜਾਣਗੇ ਤੇ ਪੋਸਟਾਂ ਕ੍ਰੀਏਟਡ ਮੰਨੀਆਂ ਜਾਣਗੀਆਂ ਜਿਨ੍ਹਾਂ ਦੇ ਉੱਪਰ ਇਹ ਕੰਮ ਕਰ ਰਹੇ ਹੋਣਗੇ। ਤੇ ਅੱਗੇ ਇੱਥੇ ਇਹ ਵੀ ਕਲੈਰੀਫਾਈ ਕੀਤਾ ਗਿਆ ਹੈ ਕਿ ਜਿਹੜੀਆਂ ਇਹ ਵਾਧੂ ਪੋਸਟਾਂ ਕ੍ਰੀਏਟ ਹੋਣਗੀਆਂ ਜਾਂ ਸੈਂਕਸ਼ਨ ਹੋਣਗੀਆਂ, ਤਾਂ ਇਹ ਪੋਸਟਾਂ ਸਿਰਫ ਪਰਸਨਲ ਹੋਣਗੀਆਂ ਉਸ EMPLOYEE ਦੀਆਂ, ਤੇ ਜਦੋਂ ਉਹ EMPLOYEE ਦੀ ਸਰਵਿਸ ਖਤਮ ਹੋ ਜੂਗੀ ਤਾਂ ਇਹ ਪੋਸਟਾਂ ਐਬੋਲਿਸ਼ ਮੰਨੀਆਂ ਜਾਣਗੀਆਂ, ਇਹ ਖਤਮ ਹੋ ਜਾਣਗੀਆਂ। ਤਾਂ ਅੱਗੇ ਦੋਸਤੋ ਦੱਸਿਆ ਗਿਆ ਕਿ ਪ੍ਰੋਸੈਸ ਕੀ ਰਹੂਗੀ ਉਸ EMPLOYEE ਨੂੰ ਇਸ ਪੋਸਟ ਦੇ ਉੱਪਰ ਜਿਹੜੀ ਸਪੈਸ਼ਲ ਕੇਡਰ ਦੇ ਅੰਡਰ ਬਣਾਈ ਜਾ ਰਹੀ ਹੈ ਉਹਦੇ ਉੱਪਰ ਰਿਕਰੂਟ ਕਰਨ ਦੀ। ਤਾਂ ਇੱਥੇ ਦੋਸਤੋ ਦੱਸਿਆ ਗਿਆ ਕਿ ਕਲੌਜ਼ ਜਿਹੜੀਆਂ 2 ਤੇ 3 ਆਪਾਂ ਉੱਪਰ ਡਿਸਕਸ ਕਰਕੇ ਹਟੀਆਂ ਇਸ ਪਾਲਿਸੀ ਦੀਆਂ, ਉਹਨਾਂ ਦੇ ਅਕੋਰਡਿੰਗਲੀ ਜੇ ਕੋਈ ਵੀ ਬੰਦਾ, ਕੋਈ ਵੀ EMPLOYEE ਹੈ ਉਹ ਚਾਹੁੰਦਾ ਹੈ ਇਹਨਾਂ ਪੋਸਟਾਂ ਦੇ ਉੱਪਰ ਇਸ ਪਾਲਿਸੀ ਦੇ ਅੰਡਰ ਪਲੇਸ ਹੋਣਾ, ਤਾਂ ਉਹ ਐਪਲੀਕੇਸ਼ਨ ਫਾਰਮ ਇੱਕ ਦਿੱਤਾ ਹੋਇਆ ਸ਼ੈਡਿਊਲ A ਦੇ ਵਿੱਚ, ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਉਸ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਦੇਊਗਾ ਆਪਣੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਨੂੰ ਜਾਂ ਐਂਟੀਟੀ ਨੂੰ 3 ਮਹੀਨਿਆਂ ਦੇ ਅੰਦਰ ਇਸ ਪਾਲਿਸੀ ਦੇ ਲਾਗੂ ਹੋਣ ਦੇ। ਤੇ ਅੱਗੇ ਦੋਸਤੋ ਇਸ 3 ਮਹੀਨਿਆਂ ਦੀ ਪੀਰੀਅਡ ਬਾਰੇ ਦੱਸਿਆ ਗਿਆ ਹੈ ਕਿ ਜੇ ਉਹ EMPLOYEE ਹੈ ਜਿਹੜਾ ਸਫੀਸ਼ੀਐਂਟ ਕਾਜ਼ ਦੱਸਦਾ, ਕੋਈ ਉਹਨੂੰ ਮਜਬੂਰੀ ਹੋ ਗਈ ਸੀ ਕਿ ਉਹ ਇਹਨਾਂ 3 ਮਹੀਨਿਆਂ ਦੇ ਅੰਦਰ ਐਪਲੀਕੇਸ਼ਨ ਨਹੀਂ ਦੇ ਸਕਿਆ, ਤਾਂ ਉਹਨਾਂ ਨੂੰ ਅੱਗੇ ਹੋਰ 3 ਮਹੀਨੇ ਦਾ ਟਾਈਮ ਹੈ ਜਿਹੜੀ ਉਹ ਅਥਾਰਟੀ ਹੈ ਦੇ ਸਕਦੀ ਹੈ, ਪਰ ਇਸ ਤੋਂ ਜ਼ਿਆਦਾ ਇਹ ਟਾਈਮ ਨਹੀਂ ਵਧੂਗਾ। ਤੇ ਇਹ ਜਿਹੜੀ ਇੱਥੇ ਕੰਡੀਸ਼ਨ ਇਹ ਵੀ ਹੈ ਕਿ ਉਹਦੀ ਜਿਹੜੀ ਪਲੇਸਮੈਂਟ ਹੈ ਸਪੈਸ਼ਲ ਕੇਡਰ ਦੇ ਅੰਡਰ, ਉਹਦੀ ਜਿਹੜੀ ਰੈਗੂਲਰ ਜੌਬ ਹੈ ਉਦੋਂ ਤੋਂ ਹੀ ਸ਼ੁਰੂ ਹੋਊਗੀ ਜਦੋਂ ਤੋਂ ਉਹਦੀ ਐਪਲੀਕੇਸ਼ਨ ਐਕਸੈਪਟ ਕੀਤੀ ਗਈ ਹੈ। ਤਾਂ ਇਸ ਗੱਲ ਨੂੰ ਵੀ ਧਿਆਨ 'ਚ ਰੱਖਿਆ ਜਾਵੇ। ਤੇ ਜਿਹੜਾ ਐਪਲੀਕੇਸ਼ਨ ਫਾਰਮ ਹੈ ਦੋਸਤੋ, ਉਹਦੇ ਵਿੱਚ ਜਿਹੜੇ ਵੀ ਡਾਕੂਮੈਂਟਸ ਰਿਕੁਆਇਰਡ ਨੇ ਸਾਰੇ ਡਾਕੂਮੈਂਟਸ ਨਾਲ ਲਾ ਕੇ ਦੇਣੇ ਨੇ ਆਪਣੀ ਕੁਆਲੀਫਿਕੇਸ਼ਨ ਦੇ, ਐਕਸਪੀਰੀਅੰਸ ਦੇ, ਤੇ ਜਿਹੜਾ ਇਨਕੰਪਲੀਟ ਐਪਲੀਕੇਸ਼ਨ ਫਾਰਮ ਹੋਊਗਾ ਉਹਨੂੰ ਰਿਜੈਕਟ ਕਰ ਦਿੱਤਾ ਜਾਊਗਾ ਅਥਾਰਟੀ ਵੱਲੋਂ। ਤਾਂ ਸਾਰੇ ਡਾਕੂਮੈਂਟਸ ਤੁਸੀਂ ਐਪਲੀਕੇਸ਼ਨ ਫਾਰਮ ਦੇ ਨਾਲ ਲਾ ਕੇ ਦੇਣੇ ਨੇ, ਜਿਹੜਾ ਸ਼ਡਿਊਲ A ਦੇ ਵਿੱਚ ਫਾਰਮ ਹੈ, ਅੱਗੇ ਆਪਾਂ ਉਹ ਡਿਸਕਸ ਕਰਦੇ ਹਾਂ। ਤੇ ਜਦੋਂ ਉਸ EMPLOYEE ਵੱਲੋਂ ਐਪਲੀਕੇਸ਼ਨ ਫਾਰਮ ਹੈ ਜਿਹੜਾ ਸਬਮਿਟ ਕੀਤਾ ਜਾਊਗਾ, ਤਾਂ ਉਹ ਉਹਦੇ ਕੰਸਰਨਡ ਡਿਪਾਰਟਮੈਂਟ ਵੱਲੋਂ ਵੈਰੀਫਾਈ ਕੀਤਾ ਜਾਊਗਾ। ਤੇ ਜਦੋਂ ਡਿਪਾਰਟਮੈਂਟ ਮੰਨਦਾ ਕਿ ਉਹ ਕੈਂਡੀਡੇਟ ਐਲੀਜੀਬਲ ਹੈ ਤੇ ਸੂਟੇਬਲ ਹੈ ਇਸ ਪੋਸਟ ਵਾਸਤੇ, ਇਸ ਵੈਰੀਫਿਕੇਸ਼ਨ ਤੋਂ ਬਾਅਦ ਡਿਪਾਰਟਮੈਂਟ ਨੂੰ ਇੱਕ ਸੈਪਰੇਟ ਰਜਿਸਟਰ ਹੈ ਜਿਹੜਾ ਉਹ ਮੇਨਟੇਨ ਕਰਨਾ ਹੋਊਗਾ ਅਜਿਹੇ EMPLOYEES ਵਾਸਤੇ ਜਿਹੜੇ ਕਿ ਸਪੈਸ਼ਲ ਕੇਡਰ ਦੇ ਅੰਡਰ ਰਿਕਰੂਟ ਹੋਣ ਜਾ ਰਹੇ ਨੇ। ਤੇ ਇਹ ਜਿਹੜਾ ਰਜਿਸਟਰ ਹੈ ਉਹ ਸ਼ਡਿਊਲ B ਦੇ ਅਕੋਰਡਿੰਗਲੀ ਮੇਨਟੇਨ ਕਰਨਾ ਹੈ। ਇਸ ਪਾਲਿਸੀ ਦੇ ਵਿੱਚ ਅੱਗੇ ਦੱਸਿਆ ਹੋਇਆ ਕਿ ਰਜਿਸਟਰ ਇਹ ਜਿਹੜਾ ਮੇਨਟੇਨ ਕਿਵੇਂ ਕਰਨਾ ਹੈ। ਤੇ ਅੱਗੇ ਦੋਸਤੋ ਦੱਸਿਆ ਗਿਆ ਕਿ ਜਿਹੜਾ ਡਿਪਾਰਟਮੈਂਟ ਹੈ ਉਹ ਸੀਨੀਅਰਟੀ ਕਿਵੇਂ ਹੈਂਡਲ ਕਰੂਗਾ, ਇਸ ਸਪੈਸ਼ਲ ਕੇਡਰ ਦੇ ਅੰਡਰ ਜਿਹੜੀ ਸੀਨੀਅਰਟੀ ਬੇਸਿਸ ਹੈ ਉਹ ਕਿਵੇਂ ਬਣਾਉਣਾ ਹੈ, ਉਹ ਲਿਸਟ ਕਿਵੇਂ ਤਿਆਰ ਕਰਨੀ ਹੈ ਡਿਪਾਰਟਮੈਂਟ ਨੇ ਉਹਨਾਂ ਬੰਦਿਆਂ ਦੀ ਜਿਹੜੇ ਕਿ ਸਪੈਸ਼ਲ ਕੇਡਰ ਦੇ ਅੰਡਰ ਰਿਕਰੂਟ ਹੋਣ ਜਾ ਰਹੇ ਨੇ। ਤਾਂ ਇੱਥੇ ਸਾਫ਼ ਕੀਤਾ ਗਿਆ ਹੈ ਕਿ ਜਿਹੜੀ ਸੀਨੀਅਰਟੀ ਲਿਸਟ ਹੋਊਗੀ ਇਹਨਾਂ ਕੈਂਡੀਡੇਟਸ ਦੀ, ਉਹ ਇਹਨਾਂ ਦੀ ਲੈਂਥ ਆਫ ਸਰਵਿਸ ਦੇ ਅਕੋਰਡਿੰਗਲੀ ਹੋਊਗੀ, ਜਿਹੜਾ ਕਿ ਉਹ ਇਨੀਸ਼ੀਅਲ ਜਿਹੜੀ ਇੰਗੇਜਮੈਂਟ ਹੋਈ ਸੀ, ਉਹਨਾਂ ਦੀ ਇਨੀਸ਼ੀਅਲ ਜਿਹੜੀ ਰਿਕਰੂਟਮੈਂਟ ਹੋਈ ਸੀ ਐਡਹੌਕ, ਟੈਂਪਰੇਰੀ ਜਾਂ ਕੰਟਰੈਕਚੁਅਲ ਬੇਸਿਸ ਤੇ ਕਿਸੇ ਤੇ ਵੀ, ਉਸ ਦੇ ਅਕੋਰਡਿੰਗਲੀ ਉਹਨਾਂ ਦੀ ਪੋਸਟਿੰਗ ਦੀ ਡੇਟ ਤੋਂ ਇਹ ਜਿਹੜੀ ਹੈਗੀ ਹੈ ਲਿਸਟ ਹੈ, ਜਿਹੜੀ ਸੀਨੀਅਰਟੀ ਲਿਸਟ, ਉਹ ਮੇਨਟੇਨ ਕਰੂਗਾ ਡਿਪਾਰਟਮੈਂਟ। ਤੇ ਜੇ ਕਿਸੇ ਸੇਮ ਪੋਸਟ ਦੇ ਉੱਪਰ 2 ਜਾਂ 2 ਤੋਂ ਵੱਧ ਬੰਦੇ ਰਿਕਰੂਟ ਹੋਏ ਨੇ ਸੇਮ ਪ੍ਰੋਸੈਸ ਦੇ ਅਕੋਰਡਿੰਗਲੀ, ਤਾਂ ਉਹਨਾਂ ਦੀ ਸੀਨੀਅਰਟੀ ਹੈ ਜਿਹੜੀ ਉਹ ਕਿਵੇਂ ਮੇਨਟੇਨ ਹੋਊਗੀ, ਉਹ ਇੱਥੇ ਦੱਸਿਆ ਗਿਆ ਹੈ। ਜੇ ਇਸ ਪੋਸਟ ਵਾਸਤੇ ਕੋਈ ਮੈਰਿਟ ਬਣੀ ਸੀ ਤਾਂ ਉਸ ਮੈਰਿਟ ਲਿਸਟ ਦੇ ਅਕੋਰਡਿੰਗਲੀ ਜਿਹੜੀ ਸੀਨੀਅਰਟੀ ਹੈ ਉਹ ਬਣਾਈ ਜਾਊਗੀ। ਤੇ ਜੇ ਮੈਰਿਟ ਲਿਸਟ ਦੇ ਵਿੱਚ ਵੀ ਸੇਮ ਰੈਂਕ ਦੇ ਵਿੱਚ ਉਹ 2 EMPLOYEES ਜਾਂ 2 ਤੋਂ ਵੱਧ ਆ ਜਾਂਦੇ ਨੇ, ਤਾਂ ਉਹਨਾਂ ਦੇ ਵਿੱਚੋਂ ਜਿਹੜਾ ਉਮਰ ਦੇ ਵਿੱਚ ਵੱਡਾ ਹੋਊਗਾ ਉਹ EMPLOYEE ਹੈ ਜਿਹੜਾ ਉਹ ਸੀਨੀਅਰ ਮੰਨਿਆ ਜਾਊਗਾ। ਤੇ ਜੇ ਕੋਈ ਮੈਰਿਟ ਲਿਸਟ ਨਹੀਂ ਬਣੀ ਸੀ, ਉਸ ਕੇਸ ਦੇ ਵਿੱਚ ਜਿਹੜਾ ਵੀ ਬੰਦਾ ਉਮਰ ਦਾ ਵੱਡਾ ਹੈ ਉਹ ਸੀਨੀਅਰ ਮੰਨਿਆ ਜਾਊਗਾ। ਤਾਂ ਏਜ ਦੇ ਅਕੋਰਡਿੰਗਲੀ ਇਹ ਜਿਹੜੀ ਸੀਨੀਅਰਟੀ ਲਿਸਟ ਦੇ ਵਿੱਚ ਇਹਨਾਂ ਦਾ ਨੰਬਰ ਪਾਇਆ ਜਾਊਗਾ। ਤੇ ਜਿਨ੍ਹਾਂ ਬੰਦਿਆਂ ਦਾ ਨਾਮ ਇਸ ਰਜਿਸਟਰ ਦੇ ਵਿੱਚ ਐਂਟਰ ਹੋਊਗਾ ਸੀਨੀਅਰਟੀ ਦੇ ਅਕੋਰਡਿੰਗਲੀ, ਜਿਵੇਂ ਕਿ ਉੱਪਰ ਦੱਸਿਆ ਗਿਆ, ਤਾਂ ਇਸ ਪ੍ਰੋਸੈਸ ਤੋਂ ਬਾਅਦ ਜਿਹੜਾ ਡਿਪਾਰਟਮੈਂਟ ਹੈ ਜਾਂ ਕੰਪੀਟੈਂਟ ਅਥਾਰਟੀ ਹੈ
ਉਹ ਸਪੈਸ਼ਲ ਆਰਡਰ ਜਾਂ ਜਰਨਲ ਆਰਡਰ ਪਾਸ ਕਰਕੇ ਇਹਨਾਂ ਨੂੰ ਸਪੈਸ਼ਲ ਕੇਡਰ ਦੇ ਵਿੱਚ ਰਿਕਰੂਟ ਕਰੂਗੀ। ਤੇ ਇਸ ਸਾਰੀ ਪ੍ਰੋਸੈਸ ਨੂੰ ਕੰਪਲੀਟ ਕਰਨ ਤੋਂ ਬਾਅਦ ਜਿਹੜੇ ਸਾਰੇ ਡਿਪਾਰਟਮੈਂਟਸ ਜਾਂ ਐਂਟੀਟੀਜ਼ ਨੇ ਉਹ ਸਾਰੀਆਂ ਇਹਨਾਂ EMPLOYEES ਦੀਆਂ ਲਿਸਟਾਂ ਤਿਆਰ ਕਰਨਗੀਆਂ, ਐਲੀਜੀਬਲ EMPLOYEES ਨੇ ਜਿਹੜੇ, ਤੇ ਇਹਨਾਂ ਲਿਸਟਾਂ ਨੂੰ ਸਪੈਸ਼ਲ ਕੇਡਰ ਦੇ ਵਿੱਚ ਜਿਹੜੇ ਰਿਕਰੂਟ ਹੋਣ ਜਾ ਰਹੇ ਨੇ ਇਹਨਾਂ ਲਿਸਟਾਂ ਨੂੰ ਡਿਪਾਰਟਮੈਂਟ ਆਫ ਫਿਨਾਂਸ ਨੂੰ ਸੌਂਪਣਗੇ ਇਹ ਸਾਰੇ ਡਿਪਾਰਟਮੈਂਟਸ। ਤੇ ਅਜਿਹੇ ਜਿਹੜੇ ਵੀ ਆਰਡਰ ਪਾਸ ਕੀਤੇ ਜਾਣਗੇ ਡਿਪਾਰਟਮੈਂਟਸ ਵੱਲੋਂ, ਇਹ ਜਿਹੜੇ ਆਰਡਰ ਪਾਸ ਹੋਣਗੇ ਜਰਨਲ ਹੋਣ ਜਾਂ ਸਪੈਸ਼ਲ ਹੋਣ, ਇਹਨਾਂ ਆਰਡਰਸ ਦੇ ਵਿੱਚ ਇਹਦੀ ਰੈਫਰੈਂਸ ਹੈ ਜਿਹੜੀ ਇਸ ਪਾਲਿਸੀ ਦੀ ਰੈਫਰੈਂਸ ਦੇਣੀ ਜ਼ਰੂਰੀ ਹੋਊਗੀ। ਤੇ ਅੱਗੇ ਦੋਸਤੋ ਸਰਵਿਸ ਕੰਡੀਸ਼ਨਸ ਦੀ ਗੱਲ ਕੀਤੀ ਗਈ ਹੈ ਜਿਹੜੇ ਬੈਨੀਫੀਸ਼ੀਅਰੀ EMPLOYEES ਨੇ ਉਹਨਾਂ ਦੀ, ਜਿਹੜੇ ਕਿ EMPLOYEES ਪੱਕੇ ਹੋਣ ਜਾ ਰਹੇ ਨੇ। ਤਾਂ ਅਜਿਹੇ EMPLOYEES ਜਿਹੜੇ ਇਸ ਸਪੈਸ਼ਲ ਕੇਡਰ ਦੇ ਅੰਡਰ ਪੱਕੇ ਹੋਣ ਜਾ ਰਹੇ ਨੇ ਉਹ 58 ਸਾਲ ਦੀ ਉਮਰ ਤੱਕ ਸਰਵਿਸ ਦੇ ਵਿੱਚ ਰਹਿਣਗੇ ਤੇ ਹੇਠਲੀਆਂ ਜਿਹੜੀਆਂ ਕੰਡੀਸ਼ਨਸ ਨੇ ਇਹ ਇਹਨਾਂ ਦੇ ਉੱਪਰ ਲਾਗੂ ਹੋਣਗੀਆਂ। ਇੱਥੇ ਦੋਸਤੋ ਪਹਿਲੀ ਕੰਡੀਸ਼ਨ ਹੈ ਜਿਹੜੀ ਉਹ ਇਹ ਹੈ ਕਿ ਅਜਿਹੇ EMPLOYEES ਨੇ ਜਿਹੜੇ ਰੈਗੂਲਰ ਕੇਡਰ ਦੇ ਵਿੱਚ ਆਪਣੇ ਆਪ ਨੂੰ ਕੰਸੀਡਰ ਨਹੀਂ ਕਰਨਗੇ, ਉਹ ਇੱਕ ਸਪੈਸ਼ਲ ਕੇਡਰ ਦੇ ਵਿੱਚ ਰਿਕਰੂਟ ਕੀਤੇ ਗਏ ਨੇ ਸਰਕਾਰ ਵੱਲੋਂ, ਤੇ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਜਿਹੜੀ ਹੈਗੀ ਹੈ ਫਰੈਸ਼ ਅਪਾਇੰਟਮੈਂਟ ਦੇ ਤੌਰ ਤੇ ਮੰਨੀ ਜਾਊਗੀ ਜਦੋਂ ਤੋਂ ਉਹ ਸਪੈਸ਼ਲ ਕੇਡਰ ਦੇ ਵਿੱਚ ਪਲੇਸ ਹੋਏ ਨੇ ਉਸ ਦਿਨ ਤੋਂ ਲੈ ਕੇ। ਤਾਂ ਫਰੈਸ਼ ਅਪਾਇੰਟਮੈਂਟ ਇਹਨੂੰ ਮੰਨਿਆ ਜਾਊਗਾ ਤੇ ਸਰਵਿਸ ਰੂਲ ਦੇ ਅਕੋਰਡਿੰਗਲੀ ਜਿਹੜੇ ਰੈਗੂਲਰ ਕੇਡਰ ਨੇ, ਜਿਹੜੇ ਕੇਡਰ ਦੇ ਵਿੱਚ ਉਹ ਕੰਮ ਕਰ ਰਹੇ ਨੇ, ਉਸ ਕੇਡਰ ਦਾ ਪਾਰਟ ਉਹ EMPLOYEES ਨਹੀਂ ਹੋਣਗੇ। ਤੇ ਇਹਨਾਂ EMPLOYEES ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲੂਗਾ ਸੀਨੀਅਰਟੀ ਦਾ ਜਾਂ ਐਕਸਪੀਰੀਅੰਸ ਦਾ, ਜਿਹੜਾ ਕਿ ਇਸ ਪੋਸਟ ਦੇ ਉੱਪਰ ਜਿਹੜਾ ਰੈਗੂਲਰ ਹੋਣ ਤੋਂ ਪਹਿਲਾਂ ਦੀ ਜਿਹੜੀ ਇਨੀਸ਼ੀਅਲ ਜੁਆਇਨਿੰਗ ਹੈ, ਜਦੋਂ ਤੋਂ ਕੱਚੇ ਤੌਰ ਤੇ ਜੁਆਇਨ ਕੀਤਾ ਉਹਨਾਂ ਨੇ, ਉਸ ਸਾਰੀ ਸਰਵਿਸ ਦੇ ਅਕੋਰਡਿੰਗਲੀ ਉਹਨਾਂ ਨੂੰ ਸੀਨੀਅਰਟੀ ਦਾ ਜਾਂ ਐਕਸਪੀਰੀਅੰਸ ਦਾ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਉਸ ਸਰਵਿਸ ਦਾ ਨਹੀਂ ਮਿਲੂਗਾ ਜਿਹੜੇ ਇਹਨਾਂ ਨੇ ਕੱਚੇ ਤੌਰ ਤੇ ਕੰਮ ਕੀਤਾ। ਤੇ ਇਹਨਾਂ EMPLOYEES ਦੀ ਜਿਹੜੀ ਸਰਵਿਸ ਹੈ ਉਹ ਗਵਰਨਮੈਂਟ EMPLOYEES ਕੰਡਕਟ ਰੂਲਸ 1966 ਦੇ ਅਕੋਰਡਿੰਗਲੀ ਰੈਗੂਲੇਟ ਹੋਊਗੀ। ਤੇ ਇਹਨਾਂ EMPLOYEES ਦਾ ਕੰਮਕਾਰ ਤਸੱਲੀ ਬਖਸ਼ ਨਾ ਹੋਣ ਦੀ ਸੂਰਤ ਦੇ ਵਿੱਚ ਜਿਹੜੇ ਪੰਜਾਬ ਸਿਵਲ ਸਰਵਿਸ ਪਨਿਸ਼ਮੈਂਟ ਐਂਡ ਅਪੀਲ ਰੂਲਸ ਨੇ 1970 ਦੇ, ਇਹ ਇਹਨਾਂ ਦੇ ਉੱਪਰ ਲਾਗੂ ਹੋਣਗੇ। ਤੇ ਇਹਨਾਂ ਨੂੰ ਜਿਹੜੀ ਸੈਲਰੀ ਹੈ, ਪੇ ਹੈ ਤੇ ਅਲਾਉਂਸਸ ਨੇ, ਇਹ ਸਾਰੇ ਦਿੱਤੇ ਜਾਣਗੇ ਜਿਵੇਂ ਕਿ ਡਿਪਾਰਟਮੈਂਟ ਆਫ ਫਿਨਾਂਸ ਡਿਟਰਮਿਨ ਕਰੂਗਾ। ਇਹ ਜਿਹੜੇ ਡਿਪਾਰਟਮੈਂਟ ਆਫ ਫਿਨਾਂਸ ਦੁਆਰਾ ਨਿਰਧਾਰਿਤ ਜਿਹੜੀ ਸੈਲਰੀ ਹੋਊਗੀ ਉਹ ਇਹਨਾਂ EMPLOYEES ਨੂੰ ਦਿੱਤੀ ਜਾਊਗੀ। ਤੇ ਇਹਨਾਂ ਦੀ ਅੱਗੇ ਪ੍ਰਮੋਸ਼ਨ ਵਗੈਰਾ ਦੀ ਗੱਲ ਇੱਥੇ ਕੀਤੀ ਹੋਈ ਹੈ। ਇਹੀ ਸਵਾਲ ਸਾਡੇ ਮਨ ਦੇ ਵਿੱਚ ਆ ਰਿਹਾ ਸੀ ਕਿ ਜਿਹੜਾ ਹਾਇਰ ਪੋਸਟ ਦੇ ਉੱਪਰ, ਜੇ ਅੱਗੇ ਨੈਕਸਟ ਹਾਇਰ ਪੋਸਟ ਦੇ ਉੱਪਰ ਇਸ EMPLOYEE ਨੇ ਜਾਣਾ ਹੈ ਤਾਂ ਉਹ ਜਿਹੜੇ ਆਸਪੈਕਟ ਨੇ ਇਹਦੇ ਵਿੱਚ ਕਵਰ ਨਹੀਂ ਕੀਤੇ ਗਏ ਇਸ ਪਾਲਿਸੀ ਦੇ ਵਿੱਚ। ਅੱਗੇ ਇਹਨਾਂ ਜਿਹੜੇ ਪੁਆਇੰਟਸ ਦੇ ਉੱਪਰ ਗੌਰ ਕੀਤਾ ਜਾਊਗਾ ਤੇ ਕਲੈਰੀਫਾਈ ਕੀਤੇ ਜਾਣਗੇ ਫਰਦਰ ਅਮੈਂਡਮੈਂਟਸ ਕਰਕੇ। ਤੇ ਇੱਥੇ ਇਹ ਵੀ ਸਾਫ਼ ਕੀਤਾ ਗਿਆ ਕਿ ਡਿਪਾਰਟਮੈਂਟਸ ਨੇ ਜਿਹੜੇ ਉਹ ਕੋਈ ਮਨਾਹੀ ਨਹੀਂ ਆ ਉਹਨਾਂ ਨੂੰ ਅੱਗੇ ਜਿਹੜੀਆਂ ਰੈਗੂਲਰ ਜਿਹੜੀ ਬੇਸਿਸ ਤੇ ਉੱਪਰ ਪੋਸਟਾਂ ਦੀ ਰਿਕਰੂਟਮੈਂਟ ਹੈ ਟਾਈਮ ਟੂ ਟਾਈਮ ਉਹ ਐਜ਼ ਇਟ ਇਜ਼ ਹੁੰਦੀਆਂ ਰਹਿਣਗੀਆਂ ਜਿਵੇਂ ਪਹਿਲਾਂ ਹੋ ਰਹੀਆਂ ਨੇ। ਤੇ ਇੱਥੇ ਡਿਪਾਰਟਮੈਂਟਸ ਨੂੰ ਵੀ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਕਿ ਇਸ ਪਾਲਿਸੀ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਐਡਹੌਕ ਕੰਟਰੈਕਚੁਅਲ ਜਾਂ ਡੇਲੀ ਵੇਜਸ ਦੇ ਤੌਰ ਤੇ, ਵਰਕ ਚਾਰਜ ਦੇ ਬੇਸਿਸ ਤੇ, ਟੈਂਪਰੇਰੀ ਬੇਸਿਸ ਤੇ ਕੋਈ ਵੀ ਪੋਸਟਿੰਗ ਹੈ ਜਿਹੜੀ ਉਹ ਨਹੀਂ ਦਿੱਤੀ ਜਾਊਗੀ ਵਿਦਆਊਟ ਐਨੀ ਪ੍ਰਾਇਰ ਅਪਰੂਵਲ ਆਫ ਦਾ ਗਵਰਨਮੈਂਟ। ਤੇ ਜਿਵੇਂ ਕਿ ਸਪੈਸ਼ਲ ਸਕੀਮਸ ਨੇ ਸਟੇਟ ਦੀਆਂ ਜਾਂ ਸੈਂਟਰ ਦੀਆਂ, ਉਹਨਾਂ ਦੇ ਅਕੋਰਡਿੰਗਲੀ ਇਹ ਪ੍ਰੀ ਡਿਫਾਈਨਡ ਪੀਰੀਅਡ ਵਾਸਤੇ ਜਾਂ ਟੈਨਿਓਰ ਵਾਸਤੇ ਹੀ ਇਹ ਜਿਹੜੀ ਮੈਨ ਪਾਵਰ ਹੈ ਜਿਹੜੀ ਸਪੈਸ਼ਲ ਸਕਿਲਡ ਹੈ ਉਹ ਰੱਖੀ ਜਾ ਸਕੂਗੀ। ਤੇ ਇੱਥੇ ਇਹ ਵੀ ਦੱਸਿਆ ਗਿਆ ਦੋਸਤੋ, ਇਹ ਕਾਫੀ ਸਖਤ ਕੰਡੀਸ਼ਨ ਹੈ ਕਿ ਅਜਿਹੇ ਜਿਹੜੇ EMPLOYEES ਐਡਹੌਕ ਕੰਟਰੈਕਚੁਅਲ ਜਾਂ ਡੇਲੀ ਵੇਜਸ ਦੇ ਉੱਪਰ ਰੱਖੇ ਜਾਂਦੇ ਨੇ ਇਸ ਪਾਲਿਸੀ ਦੇ ਲਾਗੂ ਹੋਣ ਤੋਂ ਬਾਅਦ, ਤਾਂ ਜਿਹੜਾ ਵੀ ਉਹਨਾਂ ਦਾ ਪ੍ਰੀ ਡਿਫਾਈਨਡ ਪੀਰੀਅਡ ਸੀ ਜਾਂ ਜੇ ਸਕੀਮ ਹੈ ਜਿਹੜੀ ਉਹ ਕੰਪਲੀਟ ਹੋ ਜਾਂਦੀ ਹੈ, ਇਹਨਾਂ ਦੋਵਾਂ ਚੋਂ ਜਿਹੜੀ ਵੀ ਛੇਤੀ ਹੋਊਗੀ ਉਸ ਪੀਰੀਅਡ ਤੋਂ ਬਾਅਦ, ਖਤਮ ਹੋਣ ਤੋਂ ਬਾਅਦ ਇਹ ਸਰਵਿਸਿਜ਼ ਕੰਟੀਨਿਊ ਨਹੀਂ ਹੋਣਗੀਆਂ। ਤੇ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਜੇ ਪੀਰੀਅਡ ਆਫ ਕੰਟਰੈਕਟ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਕੰਟਰੈਕਚੁਅਲ EMPLOYEES ਦਾ, ਪਰ ਜਿਹੜਾ ਟਾਸਕ ਦਿੱਤਾ ਗਿਆ ਸੀ ਉਹ ਹਲੇ ਤੱਕ ਖਤਮ ਨਹੀਂ ਹੋਇਆ ਜਿਹੜੇ ਵਾਸਤੇ ਉਹ ਰਿਕਰੂਟਮੈਂਟਸ ਕੀਤੀਆਂ ਗਈਆਂ ਸੀ, ਤਾਂ ਜਿਹੜਾ ਡਿਪਾਰਟਮੈਂਟ ਹੈ ਉਹ ਉਹਨਾਂ ਦੀ ਸਰਵਿਸਿਜ਼ ਕੰਟੀਨਿਊ ਕਰ ਸਕਦਾ ਹੈ, ਕੰਟਰੈਕਟ ਹੈ ਜਿਹੜਾ ਉਹ ਵਧਾ ਸਕਦਾ ਹੈ, ਪਰ ਇਹਦੇ ਵਾਸਤੇ ਮੰਤਰੀਆਂ ਦੀ ਜਿਹੜੀ ਅਪਰੂਵਲ ਹੈ, ਕਾਉਂਸਲ ਆਫ ਮਿਨਿਸਟਰਸ ਦੀ ਅਪਰੂਵਲ ਹੈ ਜਿਹੜੀ ਉਹ ਜ਼ਰੂਰੀ ਹੋ ਜਾਂਦੀ। ਤੇ ਇੱਥੇ ਦੋਸਤੋ ਪੁਆਇੰਟ ਨੰਬਰ 10 ਹੈ ਜਿਹੜਾ ਇਹ ਵੀ ਕਾਫੀ ਸਟ੍ਰਿਕਟ ਹੈ ਕਿ ਜਿਹੜਾ ਵੀ ਡਿਪਾਰਟਮੈਂਟ ਨੇ ਰਿਕਰੂਟਮੈਂਟ ਕੀਤੀ ਹੈ ਅੰਡਰ ਕਲੌਜ਼ 9 ਇਸ ਪਾਲਿਸੀ ਦੀ ਜਿਹੜੀ ਆਪਾਂ ਉੱਪਰ ਡਿਸਕਸ ਕਰਕੇ ਹਟੇ ਹਾਂ ਕਿ ਸਪੈਸ਼ਲ ਸਕੀਮ ਵਾਸਤੇ ਜਾਂ ਸਪੈਸ਼ਲ ਟਾਸਕ ਵਾਸਤੇ ਜਿਹੜੀਆਂ ਅਪਾਇੰਟਮੈਂਟਸ ਹੁੰਦੀਆਂ ਨੇ ਸੈਂਟਰ ਦੀ ਜਾਂ ਸਟੇਟ ਦੀ ਕਿਸੇ ਸਪੈਸ਼ਲ ਸਕੀਮ ਵਾਸਤੇ, ਤਾਂ ਉਹ ਜਿਹੜੇ EMPLOYEES ਨੇ ਉਹ ਐਂਟਾਈਟਲ ਨਹੀਂ ਹੈਗੇ ਇਸ ਰੈਗੂਲਰਾਈਜੇਸ਼ਨ ਜਾਂ ਪਲੇਸਮੈਂਟ ਵਾਸਤੇ। ਇਸ ਪਾਲਿਸੀ ਦੇ ਅੰਡਰ ਉਹ EMPLOYEES ਵੀ ਕਵਰ ਨਹੀਂ ਹੋਣਗੇ। ਤੇ ਅੱਗੇ ਦੱਸਿਆ ਗਿਆ ਕਿ ਇਹ ਪਾਲਿਸੀ ਹੈ ਜਿਹੜੀ ਪਿਛਲੀਆਂ ਸਾਰੀਆਂ ਇੰਸਟਰਕਸ਼ਨਸ ਜਾਂ ਪਾਲਿਸੀਜ਼ ਨੇ ਜਿਹੜੀਆਂ ਬਣਾਈਆਂ ਗਈਆਂ ਸੀ EMPLOYEES ਦੀ ਸਰਵਿਸਿਜ਼ ਨੂੰ ਰੈਗੂਲਰ ਕਰਨ ਵਾਸਤੇ, ਉਹਨਾਂ ਸਾਰੀਆਂ ਨੂੰ ਸੁਪਰਸੀਡ ਕਰਦੀ ਹੈ। ਹੁਣ ਤੋਂ ਇਹ ਪਾਲਿਸੀ ਹੈ ਜਿਹੜੀ ਉਹ ਐਪਲੀਕੇਬਲ ਮੰਨੀ ਜਾਊਗੀ, ਪਿਛਲੀਆਂ ਸਾਰੀਆਂ ਪਾਲਿਸੀਜ਼ ਜਿਹੜੀਆਂ ਉਹ ਰੱਦ ਹੋਈਆਂ ਮੰਨੀਆਂ ਜਾਣਗੀਆਂ।
ਤੇ ਇਸ ਪਾਲਿਸੀ ਦਾ ਜਿਹੜਾ ਡਿਸੀਜਨ ਹੈ ਉਹ ਕਾਉਂਸਲ ਆਫ ਮਿਨਿਸਟਰ ਦੀ ਮੀਟਿੰਗ ਦੇ ਵਿੱਚ ਜਿਹੜਾ 5 ਸੈਪਟੈਂਬਰ 2022 ਨੂੰ ਲਿਆ ਗਿਆ ਸੀ। ਉਹਦੇ ਅਕੋਰਡਿੰਗਲੀ ਇਹ ਜਿਹੜੀ ਪਾਲਿਸੀ ਆ ਉਹ ਇਸ਼ੂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ। ਤਾਂ ਇੱਥੇ ਦੋਸਤੋ ਸ਼ਡਿਊਲ ਏ ਹੈ ਜਿਹੜਾ ਫਾਰਮ ਐਪਲੀਕੇਸ਼ਨ ਫਾਰਮ ਭਰ ਕੇ ਦੇਣਾ, ਇਸ ਤੇ ਮੋਟੀ ਜੀ ਨਜ਼ਰ ਮਾਰ ਲੈਣਾ, ਨਹੀਂ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ। ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਐਪਲੀਕੈਂਟ ਨੇ ਭਰ ਕੇ ਦੇਣਾ ਹੈ। ਜਿਹੜਾ ਵੀ ਕੋਈ ਇੱਛੁਕ ਹੈ ਇਸ ਪੋਸਟ ਦੇ ਉੱਪਰ ਰੈਗੂਲਰ ਹੋਣ ਵਾਸਤੇ ਆਪਣੀ ਪੋਸਟ ਦੇ ਉੱਪਰ, ਤਾਂ ਇਹ ਉਹਨਾਂ ਦਾ ਬਿਊਰਾ ਹੈਗਾ ਸਾਰਾ ਐਪਲੀਕੈਂਟ ਦਾ। ਇਹ ਸਾਰਾ ਭਰ ਕੇ ਤੁਸੀਂ ਆਪਣੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਦੇ ਵਿੱਚ ਸਬਮਿਟ ਕਰਾਉਣਾ ਹੈ। ਉਸ ਤੋਂ ਬਾਅਦ ਤੁਹਾਡੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਡਿਪਾਰਟਮੈਂਟ ਵੱਲੋਂ ਰੈਗੂਲਰ ਕੀਤੀਆਂ ਜਾਣਗੀਆਂ। ਤੇ ਅੱਗੇ ਜਿਹੜਾ ਸ਼ਡਿਊਲ ਬੀ ਦੇ ਵਿੱਚ ਰਜਿਸਟਰ ਮੇਨਟੇਨ ਕਰਨਾ ਹੈ, ਉਸ ਦੀ ਡਿਟੇਲ ਹੈ ਕਿ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਰਾ ਰਜਿਸਟਰ ਹੈ ਇਹਨਾਂ EMPLOYEES ਦਾ ਮੇਨਟੇਨ ਕੀਤਾ ਜਾਊਗਾ ਹਰੇਕ ਪਾਰਟੀਕੂਲਰ ਕੈਟੇਗਰੀ ਦੇ ਵਿੱਚ। ਤਾਂ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ। ਵੀਡੀਓ ਜੇ ਚੰਗੀਆਂ ਲੱਗਦੀਆਂ ਹੋਣ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ। ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।